ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵੇ ਮੁਖ ਹੋਏ RAM ਤੇ, ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਕਤਕ ਕਰਮ ਕਮਾਵਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਤਕ ਦਾ ਮਹੀਨਾ ਆਰੰਭ ਹੋਇਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਗੁਰੂ ਸਾਹਿਬ ਜੀ ਪਾਵਨ ਬਾਣੀ 12 ਮਾਹਾਂ ਦੀ ਬਾਣੀ ਦੇ ਰਾਹੀਂ ਪਾਵਨ ਉਪਦੇਸ਼ ਕਤਕ ਦੇ ਮਹੀਨੇ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਪਿਛਲੇ ਮਹੀਨੇ ਮਹਾਰਾਜ ਜੀ ਨੇ ਅੱਸੂ ਦੇ ਮਹੀਨੇ ਦੀ ਸੰਗਰਾਂਦ 'ਤੇ ਬਖਸ਼ਿਸ਼ ਕੀਤੀ ਸੀ। ਇਸੇ ਤਰ੍ਹਾਂ ਅੱਜ ਕਤਕ ਦਾ ਮਹੀਨਾ ਆਰੰਭ ਹੋਇਆ ਹੈ। ਗੁਰੂ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਹਨ, ਆਓ ਗੁਰੂ ਸਾਹਿਬ ਦੀ ਬਾਣੀ ਨੂੰ ਵਿਚਾਰੀਏ, ਸੰਖੇਪ ਜੀ ਵਿਚਾਰ ਦੇ ਰਾਹੀਂ ਸਮਝਣਾ ਕਰੀਏ। ਗੁਰੂ ਸਾਹਿਬ ਕਿਰਪਾ ਕਰ ਰਹੇ ਹਨ। ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਕਤਕ ਨਾਮ ਹੈ ਮਹੀਨੇ ਦਾ। ਆਮ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਕਤਕ ਆਖਦੇ ਹਾਂ। ਗੁਰੂ ਸਾਹਿਬ ਜੀ ਨੇ ਤੱਤੇ ਨੂੰ ਸਿਹਾਰੀ ਲਿਖੀ ਹੈ ਕਤਕ। ਇਸ ਦਾ ਉਚਾਰਨ ਗੁਰਬਾਣੀ ਵਿੱਚ ਇਸ ਤਰ੍ਹਾਂ ਹੈ। 12 ਮਾਹ ਬਾਣੀ ਦੇ ਵਿੱਚ ਜਦੋਂ ਵੀ ਪਾਠ ਬੋਲਣਾ ਹੈ ਕਤਕ ਬੋਲਣਾ ਹੈ, ਕਤਕ ਕਹਿ ਕੇ ਨਹੀਂ ਲੰਘ ਜਾਣਾ। ਕਤਕ ਕੱਕੇ ਨੂੰ ਸਿਹਾਰੀ ਹੈ। ਇਹਦਾ ਮਤਲਬ ਹੈ ਕਿ ਕਤਕ ਦੇ ਮਹੀਨੇ ਵਿੱਚ ਕਰਮ ਕਮਾਵਣੇ। ਕਤਕ ਦੇ ਮਹੀਨੇ ਦੇ ਰਾਹੀਂ, ਕਤਕ ਦਾ ਮਹੀਨਾ ਕਹਿ ਲਓ ਮਨੁੱਖਾ ਜੀਵਨ, ਮਨੁੱਖੀ ਸਰੀਰ, ਇਹਦੇ ਵਿੱਚ ਜਿਹੜੇ ਜੀਵਨ ਦੇ ਵਿੱਚ ਕਰਮ ਕਮਾਉਣੇ ਹਨ। ਦੋਸ ਨਾ ਕਾਹੂ ਜੋਗ।
ਮਹਾਰਾਜ ਜੀ ਨੇ ਅਥਾਹ ਗੁਰਬਾਣੀ ਦਾ ਸਮੁੰਦਰ ਦੀ ਵਿਚਾਰ ਇਸ ਇੱਕ ਪੰਕਤੀ ਵਿੱਚ ਬੰਦ ਕੀਤੀ ਹੈ। ਮਹਾਰਾਜ ਜੀ ਸਮਝਾ ਰਹੇ ਨੇ, ਹੇ ਜੀਵ, ਹੇ ਮਨੁੱਖ, ਤੂੰ ਕੱਤਕ ਦੇ ਮਹੀਨੇ ਵਿੱਚ ਕਰਮ ਕਮਾਉਂਦਾ ਹੈ। ਮਨੁੱਖਾ ਜੀਵਨ ਦੇ ਵਿੱਚ ਇਸ ਦੇਹੀ ਦੇ ਵਿੱਚ ਕਰਮ ਕਮਾਉਣ ਕਰਕੇ ਜਿਹੜਾ ਤੈਨੂੰ ਫਿਰ ਫਲ ਮਿਲਦਾ ਹੈ, ਜਿਹੜੀ ਤੈਨੂੰ ਸਜ਼ਾ ਮਿਲਦੀ ਹੈ, ਦੁੱਖ ਮਿਲਦਾ ਹੈ ਜਾਂ ਸੁੱਖ ਮਿਲਦਾ ਹੈ, ਇਹ ਸਾਰਾ ਕੁਝ ਤੇਰੇ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਤੈਨੂੰ ਮਿਲਦਾ ਹੈ, ਜਿਹੋ ਜਿਹੇ ਤੂੰ ਕਰਮ ਕਮਾਉਂਦਾ ਹੈ। ਆਮ ਹੀ ਅਸੀਂ ਵੇਖਿਆ ਹੈ, ਜਦੋਂ ਬੰਦਾ ਸੁਖੀ ਹੁੰਦਾ ਹੈ ਜਾਂ ਕੋਈ ਮੁਕਾਮ ਹਾਸਲ ਕਰਦਾ ਹੈ, ਫਿਰ ਕਹਿੰਦਾ ਹੈ ਮੇਰੀ ਮਿਹਨਤ, ਮੇਰੇ ਦਿਮਾਗ, ਮੇਰੇ ਗਿਆਨ, ਮੇਰੀ ਸੋਚ ਸਮਝ ਦੇ ਨਾਲ ਇਹ ਸਾਰਾ ਕੁਝ ਮੈਨੂੰ ਪ੍ਰਾਪਤ ਹੋਇਆ ਹੈ, ਤਰੱਕੀ ਮਿਲੀ ਹੈ। ਪਰ ਜਦੋਂ ਦੁੱਖ ਆਉਂਦਾ ਹੈ, ਉਦੋਂ ਇਹ ਨਹੀਂ ਕਹਿੰਦਾ ਵੀ ਇਹ ਮੇਰੀ ਗਲਤੀ ਨਾਲ ਹੋਇਆ ਹੈ, ਮੇਰੇ ਪਾਪਾਂ ਕਰਕੇ ਹੋਇਆ ਹੈ, ਮੇਰੀ ਬੇਸਮਝੀ ਕਰਕੇ ਹੋਇਆ ਹੈ। ਕੋਈ ਕਰੋੜਾਂ 'ਚੋਂ ਇੱਕ ਮਨੁੱਖ ਇਹ ਗੱਲ ਆਖੇਗਾ ਵੀ ਮੇਰੀ ਆਪਣੀ ਗਲਤੀ ਨਾਲ ਇਹ ਮੇਰੀ ਕੀਤੀ ਹੋਈ ਦਾ ਫਲ ਮੈਨੂੰ ਮਿਲਿਆ ਹੈ। ਨਹੀਂ ਤਾਂ ਆਮ ਹੀ ਕਹਿੰਦੇ ਸੁਣੇ ਦੇਖੀਦੇ ਹਨ, ਜਦੋਂ ਦੁੱਖ ਆ ਜਾਵੇ, ਕੋਈ ਵਿਘਨ ਪੈ ਜਾਵੇ, ਜਾਂ ਪਰਮਾਤਮਾ ਨੂੰ ਦੋਸ਼ ਦੇਣਗੇ, ਜਾਂ ਆਪਣੇ ਘਰ ਦੇ ਮੈਂਬਰਾਂ ਨੂੰ ਦੋਸ਼ੀ ਠਹਿਰਾਉਣਗੇ, ਜਾਂ ਗਲੀ ਮੁਹੱਲੇ ਵਾਲਿਆਂ ਨੂੰ, ਸੱਜਣਾ ਦੋਸਤਾਂ ਨੂੰ, ਕਿਸੇ ਰਿਸ਼ਤੇਦਾਰ ਨੂੰ, ਜਾਂ ਕਿਸੇ ਸਿਸਟਮ ਨੂੰ, ਜਾਂ ਪੂਰੇ ਸਮਾਜ ਨੂੰ ਕਹਿਣਗੇ ਫਲਾਣਾ ਸਿਸਟਮ ਮਾੜਾ ਹੈ, ਫਲਾਣੇ ਬੰਦੇ ਨੇ ਇਹ ਮੇਰੇ ਨਾਲ ਕੁਝ ਕੀਤਾ ਹੈ, ਜੇ ਨਾ ਕਰਦਾ ਤਾਂ ਮੈਂ ਸ਼ਾਇਦ ਇਹ ਸੁੱਖ ਦੀ ਪ੍ਰਾਪਤੀ ਕਰ ਲੈਂਦਾ। ਅਤੇ ਜਾਂ ਫਿਰ ਜੋ ਕੋਈ ਸਰੀਰ ਉੱਤੇ ਕਸ਼ਟ ਆਉਂਦਾ ਹੈ ਜਾਂ ਕਿਸੇ ਹੋਰ ਤਰ੍ਹਾਂ ਦੇ ਵਿਘਨ ਪੈਂਦੇ ਹਨ, ਉਹ ਸਿੱਧਾ ਸਿੱਧਾ ਦੋਸ਼ੀ ਪਰਮਾਤਮਾ ਨੂੰ ਠਹਿਰਾਉਂਦੇ ਨੇ, ਰੱਬਾ ਤੂੰ ਸਾਡੇ ਨਾਲ ਚੰਗਾ ਨਹੀਂ ਕੀਤਾ। ਮਹਾਰਾਜ ਕਹਿ ਰਹੇ ਨੇ, ਉਹ ਭਲਿਓ ਮਾਨਸੋ, ਦੋਸ਼ ਨਾ ਕਾਹੂ ਜੋਗ, ਕਿਸੇ ਨੂੰ ਦੋਸ਼ ਕਿਉਂ ਦਿੰਦੇ ਹੋ, ਕਿਸੇ ਨੂੰ ਦੋਸ਼ ਨਾ ਦਿਓ। ਮਹਾਰਾਜ ਉਹ ਕਿਉਂ? ਕਹਿੰਦੇ ਕੱਤਕ ਕਰਮ ਕਮਾਵਣੇ। ਇਹ ਮਨੁੱਖਾ ਜੀਵਨ, ਇਹ ਸਰੀਰ ਤੁਹਾਡਾ ਧਰਤੀ ਹੈ, ਜੋ ਬੀਜੋਗੇ ਉਹੀ ਵੱਢਣਾ ਪਵੇਗਾ। ਖੇਤ ਸਰੀਰ ਜੋ ਬੀਜੀਐ, ਸੋ ਅੰਤ ਖਲੋਆ ਆਏ, ਜੈਸਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਇਹ ਤਾਂ ਖੇਤ ਹੈ, ਜੋ ਬੀਜੋਗੇ ਉਹ ਵੱਢਣਾ ਪਵੇਗਾ। ਇਸ ਤਰ੍ਹਾਂ ਮਹਾਰਾਜ ਜੀ ਨੇ ਸਮਝਾਇਆ ਹੈ। ਕਿਤੇ ਮਹਾਰਾਜ ਨੇ ਆਖਿਆ, ਭਾਈ ਕਿਸੇ ਨੂੰ ਦੋਸ਼ ਕਿਉਂ ਦੇਣਾ ਹੈ, ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਕਿਸੇ ਨੂੰ ਦੋਸ਼ ਕਿਉਂ ਦਿੰਦਾ ਹੈ, ਤਾਂ ਜੋ ਕਮਾਇਆ ਹੈ ਉਹ ਤੈਨੂੰ ਮਿਲਿਆ ਹੈ, ਚਾਹੇ ਸੁੱਖ ਹੈ ਚਾਹੇ ਦੁੱਖ ਹੈ। ਹੁਣ ਜਿਹੜਾ ਸਾਧ ਸੰਗਤ ਕਰਮ ਸ਼ਬਦ ਹੈ ਨਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਬਹੁਤ ਵਾਰੀ ਆਇਆ ਹੈ, ਅਤੇ ਜਿੰਨੀ ਵਾਰੀ ਵੀ ਆਵੇਗਾ ਵੱਖੋ ਵੱਖ ਰੂਪਾਂ ਦੇ ਵਿੱਚ ਪ੍ਰਕਰਨ ਦੇ ਅਨੁਸਾਰ ਇਹਦੇ ਅਰਥ ਵੱਖ ਵੱਖ ਹਨ। ਦਾਸ ਨੇ ਜ਼ਿਆਦਾ ਲੰਮੀ ਵਿਚਾਰ ਨਹੀਂ ਕਰਨੀ ਹੈ, ਸੰਖੇਪ ਹੀ ਬੇਨਤੀ ਕਰਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕਰਮ ਸ਼ਬਦ ਜਿਹੜਾ ਹੈ, ਇਹਦੇ ਅਰਥ ਨੇ ਕੰਮ, ਕਿਸੇ ਕੰਮ ਨੂੰ ਕਰਨਾ, ਇਹ ਵੀ ਕਰਮ ਹੈ। ਇਸ ਤੋਂ ਬਾਅਦ ਕਰਮ ਸ਼ਬਦ ਜਿਹੜਾ ਹੈ, ਜਦੋਂ ਕਿਸੇ 'ਤੇ ਬਖਸ਼ਿਸ਼ ਕਿਰਪਾ ਹੁੰਦੀ ਹੈ, ਉੱਥੇ ਕਰਮ ਸ਼ਬਦ ਵੀ ਵਰਤਿਆ ਜਾਂਦਾ ਹੈ। ਇਸਲਾਮ ਦੇ ਲੋਕ ਇਹ ਸ਼ਬਦ ਬਹੁਤ ਵਰਤਦੇ ਨੇ, ਕਰਮ। ਇਸ ਤਰ੍ਹਾਂ ਕਰਮ ਕਾਂਡ, ਇਹ ਵੀ ਇੱਕ ਰੂਪ ਹੈ ਕਰਮ ਕਾਂਡ ਕਰਨਾ। ਕਿਤੇ ਕਰਮ ਭੂਮੀ ਆਖਦੇ ਹਨ, ਕਿਤੇ ਕਰਮਕਾਰੀ, ਕੰਮ ਨੂੰ ਕਰਨ ਵਾਲੇ ਦਾ ਨਾਮ। ਜਪਜੀ ਸਾਹਿਬ ਦਾ ਪਾਠ ਪੜ੍ਹਾਂਗੇ ਤਾਂ ਕਰਮ ਖੰਡ ਕੀ ਬਾਣੀ ਜੋਰ, ਕਰਮ ਖੰਡ ਵੀ ਹੈ, ਉੱਥੇ ਵੀ ਕਰਮ ਸ਼ਬਦ ਹੈ। ਇਸੇ ਤਰ੍ਹਾਂ ਵਿਦਵਾਨਾਂ ਨੇ ਕਰਮ ਕਦਮ ਨੂੰ ਵੀ ਆਖਿਆ, ਜਿਹੜੇ ਮਿਣਤੀ ਕਰਦੇ ਨੇ ਵੀ ਫਲਾਣੀ ਧਰਤੀ ਇੰਨੇ ਕਰਮ ਹੈ, ਇੰਨੇ ਕਰਮਾਂ 'ਤੇ ਜਾ ਕੇ ਆਹ ਜ਼ਮੀਨ ਦੀ ਮਿਣਤੀ ਹੋ ਜਾਂਦੀ ਹੈ। ਪਰ ਇੱਥੇ ਜਿਹੜਾ ਕਰਮ ਸ਼ਬਦ ਹੈ, ਇਹ ਕੀਤੇ ਹੋਏ ਕੰਮਾਂ ਦੇ ਨਾਲ ਹੈ, ਜੋ ਅਸੀਂ ਪਿੱਛੇ ਕਰਕੇ ਆਏ ਹਾਂ ਅਤੇ ਹੁਣ ਕਰ ਰਹੇ ਹਾਂ ਅਤੇ ਅੱਗੇ ਕਰਾਂਗੇ। ਕਰਮ ਜਿਹੜੇ ਹਨ, ਵਿਦਵਾਨਾਂ ਨੇ 3 ਤਰ੍ਹਾਂ ਦੇ ਮੰਨੇ ਨੇ। ਪਹਿਲਾ ਹੈ ਕਿਰਿਆਮਾਨ ਕਰਮ, ਦੂਸਰਾ ਹੈ ਪ੍ਰਾਰਬਧ ਕਰਮ, ਅਤੇ ਤੀਸਰਾ ਹੈ ਸੰਚਿਤ ਕਰਮ। ਹੁਣ ਜਿਹੜਾ ਕਿਰਿਆਮਾਨ ਕਰਮ ਹੈ, ਇਹਦੇ 2 ਰੂਪ ਨੇ। ਇੱਕ ਹੁੰਦਾ ਨਿਤਯ ਕਰਮ, ਜਿਹੜਾ ਰੋਜ਼ ਕਰਦਾ ਹੈ ਇਨਸਾਨ, ਜਿਵੇਂ ਜੌਬ ਉੱਤੇ ਜਾਣਾ, ਖੇਤਾਂ ਵੱਲ ਜਾਣਾ,
ਜਾਂ ਸਿੱਧਾ ਸਮਝ ਲਈਏ ਵੀ ਸਵੇਰੇ ਉੱਠ ਕੇ ਪਾਠ ਕਰਨਾ, ਸਵੇਰੇ ਉੱਠ ਕੇ ਰੋਜ਼ ਕੋਈ ਕੰਮ ਕਰਨਾ ਇੱਕੋ ਰੂਟੀਨ ਦੇ ਵਿੱਚ, ਉਹ ਨਿਤੈ ਕਰਮ ਹੈ, ਨਿਤ ਕਰਨ ਵਾਲਾ, ਨਿਤ ਨੇਮ ਜਿਹਨੂੰ ਕਹਿ ਸਕਦੇ ਹਾਂ। ਇਸੇ ਤਰ੍ਹਾਂ ਨੈਮੈਤਿਕ ਕਰਮ, ਨੈਮੈਤਿਕ ਕਰਮ ਉਹ ਹਨ ਜਿਹੜੇ ਕਿਸੇ ਕਿਸੇ ਮੌਕੇ ਉੱਤੇ ਕੀਤੇ ਜਾਂਦੇ ਹਨ। ਜਿਵੇਂ ਗੁਰੂ ਸਾਹਿਬਾਨਾਂ ਦਾ ਗੁਰਪੁਰਬ ਆ ਜਾਵੇ, ਉੱਥੇ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਸੇਵਾ ਵੱਧ ਕੀਤੀ ਜਾਂਦੀ ਹੈ, ਬਾਣੀ ਪੜ੍ਹੀ ਜਾਂਦੀ ਹੈ, ਕੀਰਤਨ ਕੀਤਾ ਜਾਂਦਾ ਹੈ। ਉਹ ਹੈ ਕਦੇ ਕਦੇ ਕਰਨਾ। ਕਿਤੇ ਦੁੱਖ ਸੁੱਖ ਦੇ ਵਿੱਚ ਉਹ ਕਰਮ ਕਰਨੇ ਜਿਹੜੇ ਆਮ ਜ਼ਿੰਦਗੀ 'ਚ ਰੋਜ਼ ਨਹੀਂ ਕੀਤੇ ਜਾਂਦੇ। ਇਸ ਤਰ੍ਹਾਂ ਇਹ ਕਿਰਿਆਮਾਨ ਕਰਮ ਦੇ ਦੋ ਰੂਪ ਹਨ। ਹੁਣ ਦੂਸਰਾ ਕਰਮ ਹੈ ਪ੍ਰਾਰਬਧ। ਉਹ ਕਰਮ ਇਨਸਾਨ ਦੇ ਜਿਹੜੇ ਪਿਛਲੇ ਜਨਮਾਂ ਦੇ ਵਿੱਚ ਕਰਕੇ ਆਇਆ ਹੈ, ਅਤੇ ਜਿਹਦੇ ਕਰਨ ਦੇ ਨਾਲ ਜੇ ਚੰਗੇ ਕੀਤੇ ਸਨ ਤੇ ਹੁਣ ਸੁੱਖ ਮਿਲਿਆ ਹੈ, ਸਰੀਰ ਮਿਲਿਆ ਹੈ, ਮਨੁੱਖਾ ਜੀਵਨ ਮਿਲਿਆ ਹੈ। ਇਹ ਕਰਮਾਂ ਕਰਕੇ ਮਿਲਿਆ ਹੈ। ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਪਿਛਲੇ ਕਰਮ ਕੀਤੇ ਹੋਣ, ਉਹਦੇ ਮੁਤਾਬਕ ਜੋ ਮਿਲਣਾ ਹੈ ਇਸ ਜੀਵਨ ਦੇ ਵਿੱਚ, ਉਹ ਪ੍ਰਾਰਬਧ ਹੈ। ਤੀਸਰਾ ਕਰਮ ਉਹ ਕਰਮ ਹੈ ਜਿਹੜੇ ਕਰਮ ਅਸੀਂ ਭੋਗੇ ਨਹੀਂ, ਜਿਨ੍ਹਾਂ ਦਾ ਹੁਣ ਫਲ ਨਹੀਂ ਅਜੇ ਮਿਲਿਆ, ਚਾਹੇ ਚੰਗੇ ਸਨ ਚਾਹੇ ਮਾੜੇ ਸਨ। ਉਹ ਇਕੱਠੇ ਜ਼ਰੂਰ ਹੋਏ ਨੇ ਪਰ ਅਜੇ ਸਾਡੇ ਨਾਲ ਚੱਲੇ ਆਉਂਦੇ ਨੇ, ਅਤੇ ਕਈ ਜਨਮਾਂ ਤੱਕ ਸ਼ਾਇਦ ਤੁਰੇ ਜਾਣ, ਕਿਤੇ ਜਾ ਕੇ ਸਾਨੂੰ ਫਲ ਮਿਲੇਗਾ। ਉਹਨਾਂ ਕਰਮਾਂ ਨੂੰ ਸੰਚਿਤ ਕਰਮ ਵਿਦਵਾਨਾਂ ਨੇ ਆਖਿਆ ਹੈ। ਸੋ ਇਹ ਕਰਮ ਦੇ ਰੂਪ ਹਨ। ਇਹਦੀ ਬੜੀ ਲੰਮੀ ਚੌੜੀ ਵਿਆਖਿਆ ਹੈ। ਸੋ ਸਾਧ ਸੰਗਤ, ਜੋ ਪਿਛਲੇ ਕਰਮ ਕੀਤੇ ਹਨ, ਸੋ ਗੁਰੂ ਸਾਹਿਬ ਕਹਿ ਰਹੇ ਨੇ ਵੀ ਉਸ ਮੁਤਾਬਕ ਹੀ ਤੈਨੂੰ ਦੁੱਖ ਅਤੇ ਸੁੱਖ ਮਿਲਦਾ ਹੈ, ਅਤੇ ਉਹਦੇ ਮੁਤਾਬਕ ਹੀ ਫਿਰ ਜੀਵ ਦੇ ਜਿਹੜੇ ਲੇਖ ਨੇ ਉਹ ਲਿਖੇ ਜਾਂਦੇ ਨੇ ਪਰਮਾਤਮਾ ਵੱਲੋਂ। ਜੇ ਚੰਗੇ ਕਰਮ ਕੀਤੇ ਨੇ ਅਤੇ ਚੰਗਿਆਈਆਂ ਹਨ, ਜੇ ਮਾੜੇ ਕੀਤੇ ਹਨ ਅਤੇ ਬੁਰਾਈਆਂ ਪੱਲੇ ਹਨ। ਉਸੇ ਮੁਤਾਬਕ ਹੀ ਪਰਮਾਤਮਾ ਦੀ ਕਲਮ ਜਿਹੜੀ ਹੈ ਜੇ ਮਸਤਕ ਉੱਤੇ ਵੜੀ ਜਾਂਦੀ ਹੈ। ਸੋ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਬਾਣੀ ਦੀ ਕਥਾ ਸੰਗਤਾਂ ਨੂੰ ਸੁਣਾ ਰਹੇ ਸਨ, ਅਤੇ ਗੁਰੂ ਸਾਹਿਬ ਪੰਕਤੀ ਪੜ੍ਹਦੇ ਸਨ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਜੋ ਪਰਮਾਤਮਾ ਨੇ ਲਿਖਿਆ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ। ਜਦੋਂ ਇਹ ਪੰਕਤੀ ਮਹਾਰਾਜ ਪੜ੍ਹਦੇ ਸਨ, ਭਾਈ ਕਲਿਆਣਾ ਗੁਰੂ ਸਾਹਿਬ ਦਾ ਪਿਆਰਾ ਸਿੱਖ ਸੰਕੇਤ ਮੰਡੀ ਦੇ ਰਾਜੇ ਹਰੀ ਸੈਣ ਨੂੰ ਨਾਲ ਲਿਆਇਆ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਾਉਣ ਵਾਸਤੇ। ਜਦੋਂ ਗੁਰੂ ਸਾਹਿਬ ਨੇ ਇਹਦੇ ਅਰਥ ਕੀਤੇ ਬਾਣੀ ਦੇ ਪੰਕਤੀ ਦੇ, ਫਿਰ ਰਾਜੇ ਹਰੀ ਸੈਣ ਨੇ ਸੋਚਿਆ ਵੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਕਿਉਂ ਆਏ ਹਾਂ। ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਜੋ ਪਰਮਾਤਮਾ ਨੇ ਲਿਖਿਆ ਹੈ ਉਹੀ ਵਰਤੇਗਾ ਅਤੇ ਉਹ ਕੁਝ ਹੋਣਾ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਅਤੇ ਫਿਰ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਫਾਇਦਾ ਕੀ ਹੈ? ਜੇ ਬਾਰ-ਬਾਰ ਉਹੀ ਕਰਮ ਕਰਕੇ ਜੋ ਲਿਖਿਆ ਹੋਇਆ ਭੁਗਤਣਾ ਹੀ ਪੈਣਾ ਹੈ, ਅਤੇ ਫਿਰ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ? ਹੁਣ ਗੁਰੂ ਸਾਹਿਬ ਤਾਂ ਅੰਦਰ ਦੀਆਂ ਜਾਣਨ ਵਾਲੇ ਹਨ। ਜਦੋਂ ਮਹਾਰਾਜ ਨੇ ਰਾਜੇ ਹਰੀ ਸੈਣ ਦੇ ਅੰਦਰ ਦੀ ਗੱਲ ਬੁੱਝ ਲਈ, ਮਹਾਰਾਜ ਨੇ ਸੋਚਿਆ ਇਹ ਸ਼ੰਕਾ ਕਰਦਾ ਹੈ, ਗੁਰੂ ਤੇ ਸ਼ੰਕਾ ਪਾਰ ਨਹੀਂ ਤਾਰ ਕਰ ਸਕਦੀ। ਤਾਂ ਉਸ ਵੇਲੇ ਸਾਧ ਸੰਗਤ ਰਾਜੇ ਹਰੀ ਸੈਣ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਮਨ ਦੇ ਵਿੱਚ ਇਹ ਛੋਟਾ ਜਿਹਾ ਸਵਾਲ ਪੈਦਾ ਹੋਇਆ ਹੈ। ਅਤੇ ਮਹਾਰਾਜ ਨੇ ਆਖਿਆ ਜੇ ਇਹਦਾ ਜਵਾਬ ਚਾਹੁੰਦਾ ਹੈ 2-3 ਦਿਨ ਇੱਥੇ ਠਹਿਰ ਜਾ, ਇਹਦਾ ਜਵਾਬ ਤੈਨੂੰ ਮਿਲ ਜਾਵੇਗਾ ਵੀ ਕਿਉਂ ਗੁਰੂ ਦੀ ਸ਼ਰਨ ਜ਼ਰੂਰੀ ਹੈ। ਉਸੇ ਹੀ ਰਾਤ ਸਾਧ ਸੰਗਤ ਰਾਜੇ ਹਰੀ ਸੈਣ ਨੇ ਜਦੋਂ ਆਰਾਮ ਕੀਤਾ, ਸੁਪਨਾ ਆਇਆ। ਸੁਪਨੇ ਵਿੱਚ ਕੀ ਵੇਂਦਾ ਹੈ ਕਿ ਇਸ ਰਾਜੇ ਦੀ ਮੌਤ ਹੋ ਗਈ ਹੈ। ਕਿਸੇ ਚੰਡਾਲ ਦੇ ਘਰੇ ਭੇਡਾਂ ਬੱਕਰੀਆਂ ਚਾਰਨ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਇਹਦਾ ਜਨਮ ਹੋ ਗਿਆ ਹੈ। ਵੱਡਾ ਹੋਇਆ, ਵਿਆਹ ਹੋ ਗਿਆ ਹੈ, ਸੁਪਨੇ ਦੇ ਵਿੱਚ ਹੀ ਬੱਚੇ ਹੋ ਗਏ ਨੇ, ਅਤੇ ਬੱਚਿਆਂ ਨੂੰ ਲੜਕਿਆਂ ਨੂੰ ਵਿਆਹ ਵੀ ਦਿੱਤਾ ਹੈ, ਅਤੇ ਬੁੱਢਾ ਹੋ ਕੇ ਮਰ ਵੀ ਗਿਆ ਹੈ, ਅਤੇ ਘਰ ਵਾਲਿਆਂ ਨੇ ਦਫਨਾ ਦਿੱਤਾ ਹੈ ਜ਼ਮੀਨ ਦੇ ਵਿੱਚ। ਨੀਂਦ ਵਿੱਚੋਂ ਜਾਗਿਆ, ਪਸੀਨੋ ਪਸੀਨੀ ਹੋਇਆ ਅਤੇ ਬੜਾ ਹੈਰਾਨ ਸੀ ਵੀ ਇਹ ਸੁਪਨਾ ਕਿਹੋ ਜਿਹਾ ਆਇਆ ਹੈ। ਬੜਾ ਭੈੜਾ ਸੁਪਨਾ ਹੈ। ਮੇਰੀ ਮੌਤ ਵੀ ਹੋਈ ਹੈ ਅਤੇ ਜਨਮ ਵੀ ਕਿਸੇ ਬੜੇ ਗਰੀਬ ਘਰ ਦੇ ਵਿੱਚ ਹੋਇਆ ਹੈ। ਬੜਾ ਪਰੇਸ਼ਾਨ। ਜਦੋਂ ਅਗਲਾ ਦਿਨ ਚੜ੍ਹਿਆ ਅਤੇ ਗੁਰੂ ਸਾਹਿਬ ਨੇ ਰਾਜੇ ਨੂੰ ਆਖਿਆ ਵੀ ਚਲੋ ਬਾਹਰ ਜੰਗਲਾਂ ਵੱਲ ਸ਼ਿਕਾਰ ਦੇ ਬਹਾਨੇ ਗੁਰੂ ਸਾਹਿਬ ਨਾਲ ਲੈ ਗਏ। ਕਹਿਣ ਲੱਗੇ ਰਾਜਨ ਚਲੋ ਬਾਹਰ ਨੂੰ ਚੱਲਦੇ ਹਾਂ।
ਰਾਜਾ ਜਦੋਂ ਗੁਰੂ ਸਾਹਿਬ ਦੇ ਨਾਲ ਗਿਆ ਤੇ ਰਾਜੇ ਨੂੰ ਸ਼ੌਂਕ ਸੀ ਸ਼ਿਕਾਰ ਖੇਡਣ ਦਾ। ਰਾਜੇ ਨੇ ਦੂਰੋਂ ਇੱਕ ਹਿਰਨ ਦੌੜਦਾ ਵੇਖਿਆ ਹੈ ਤੇ ਹਿਰਨ ਦੇ ਮਗਰੇ ਆਪਣਾ ਘੋੜਾ ਦੜਾਇਆ ਹੈ। ਦੂਰ ਜਾ ਕੇ ਹਿਰਨ ਦਾ ਸ਼ਿਕਾਰ ਕੀਤਾ। ਸ਼ਿਕਾਰ ਕਰਨ ਤੋਂ ਬਾਅਦ ਜਦੋਂ ਵੇਖਿਆ ਹੈ ਕਿ ਮੈਂ ਵਿਛੜ ਚੁੱਕਾ ਹਾਂ ਨਾਲ ਦੇ ਸਾਥੀਆਂ ਨਾਲੋਂ, ਗੁਰੂ ਸਾਹਿਬ ਨਾਲੋਂ, ਤੇ ਥੱਕੇ ਹਾਰੇ ਨੇ ਇੱਕ ਰੁੱਖ ਦੇ ਹੇਠਾਂ ਬੈਠਾ ਹੈ ਛਾਂ ਦੇ ਥੱਲੇ। ਛਾਂ ਦੇ ਥੱਲੇ ਬੈਠਿਆਂ ਨੂੰ, ਆਰਾਮ ਕਰਦਿਆਂ ਨੂੰ ਨਾਲ ਦੇ ਇੱਕ ਪਿੰਡ ਦੇ ਲੜਕੇ ਨੂੰ ਵੇਖਿਆ ਤੇ ਜਦੋਂ ਦੇਖ ਕੇ ਉਹ ਆਪਣੇ ਪਿੰਡ ਵੱਲ ਦੌੜਿਆ ਹੈ ਤੇ ਜਾ ਕੇ ਆਪਣੇ ਪਿੰਡ ਵਿੱਚ ਸਾਰੇ ਪਰਿਵਾਰ ਵਾਲਿਆਂ ਨੂੰ, ਪਿੰਡ ਦੇ ਮੋਹਤਬਾਰਾਂ ਨੂੰ ਦੱਸਿਆ ਹੈ ਵੀ ਜਿਸ ਪਿਤਾ ਨੂੰ ਅਸੀਂ ਦਾਬਾਏ ਸਾਂ, ਸਾਡਾ ਪਿਤਾ ਤਾਂ ਰਾਜੇ ਮਹਾਰਾਜਿਆਂ ਵਾਲੇ ਕੱਪੜੇ ਪਾ ਕੇ ਉਹ ਰੁੱਖ ਦੇ ਹੇਠਾਂ ਬੈਠਾ ਹੈ ਲੁਕ ਕੇ। ਸਾਨੂੰ ਧੋਖਾ ਦਿੱਤਾ ਹੈ, ਉਹਨੇ ਮਰਿਆ ਨਹੀਂ। ਉਹ ਆਓ ਤੁਹਾਨੂੰ ਵਿਖਾਵਾਂ। ਸਾਰਾ ਪਿੰਡ, ਘਰ ਵਾਲੇ, ਬੱਚੇ, ਨੂੰਹਾਂ ਭੱਜੇ ਆਉਣ ਤੇ ਆਣ ਕੇ ਕੀ ਵੇਂਦੇ ਨੇ ਕਿ ਰਾਜਾ ਹਰੀ ਸੈਣ ਇੱਕ ਰੁੱਖ ਦੇ ਥੱਲੇ ਹੈ। ਰੁੱਖ ਦੇ ਥੱਲੇ ਬੈਠੇ ਹੋਏ ਰਾਜੇ ਹਰੀ ਸੈਣ ਨੂੰ ਵੇਖ ਕੇ ਪਰਿਵਾਰ ਵਾਲੇ ਉੱਚੀ ਉੱਚੀ ਵਰਲਾਪ ਕਰਨ ਲੱਗ ਪਏ ਤੇ ਮਿਹਣੋ ਮਿਹਣੀ ਹੋ ਕੇ ਰਾਜੇ ਨੂੰ ਕਹਿਣ ਲੱਗੇ, ਮੋਢਿਆਂ ਤੋਂ ਹਿਲਾ ਕੇ, ਤੂੰ ਇੱਥੇ ਕੀ ਕਰਦਾ ਹੈ? ਤੈਨੂੰ ਤਾਂ ਅਸੀਂ ਦਫਨਾਏ ਸਾਂ, ਪਰ ਲੱਗਦਾ ਹੈ ਤੂੰ ਸਾਡੇ ਨਾਲ ਕੋਈ ਸ਼ੈਤਾਨੀ ਕੀਤੀ ਏ। ਘਰ ਵਿੱਚ ਭੇਡਾਂ ਬੱਕਰੀਆਂ ਨੇ, ਉਹਦੀ ਸੰਭਾਲ ਕਿਹਨੇ ਕਰਨੀ ਹੈ? ਹੁਣ ਘਰ ਸਾਡੇ ਨਾਲ ਚੱਲ ਤੇ ਆਪਣਾ ਪਰਿਵਾਰ ਸਾਂਭ ਤੇ ਆਪਣਾ ਕਾਰੋਬਾਰ ਸਾਂਭ। ਰਾਜੇ ਨੇ ਆਖਿਆ, ਤੁਸੀਂ ਲੋਕ ਕੌਣ ਹੋ? ਮੈਂ ਤੁਹਾਨੂੰ ਨਹੀਂ ਜਾਣਦਾ, ਮੈਂ ਤਾਂ ਸੰਕੇਤ ਮੰਡੀ ਦਾ ਰਾਜਾ ਹਰੀ ਸੈਣ ਹਾਂ। ਤੁਹਾਨੂੰ ਕੋਈ ਭੁਲੇਖਾ ਲੱਗਾ ਹੈ। ਜਦੋਂ ਇੰਨੀ ਕੁ ਵਾਰਤਾਲਾਪ ਹੋ ਰਹੀ ਹੈ ਤਾਂ ਗੁਰੂ ਸਾਹਿਬ ਹੀ ਸਿੱਖਾਂ ਸਮੇਤ ਆ ਪਹੁੰਚੇ। ਸਾਰਾ ਮਸਲਾ ਸੁਣਿਆ ਵੀ ਗੱਲ ਕੀ ਹੈ। ਗੁਰੂ ਸਾਹਿਬ ਨੇ ਉਹ ਪਿੰਡ ਵਾਲਿਆਂ ਨੂੰ ਆਖਿਆ, ਭਾਈ, ਉਹ ਪਰਿਵਾਰ ਵਾਲਿਆਂ ਨੂੰ ਕਹਿਣ ਲੱਗੇ, ਜੇ ਤੁਹਾਡਾ ਬੰਦਾ ਰਾਜਾ ਹਰੀ ਸੈਣ ਹੀ ਹੈ ਜਿਹਨੂੰ ਤੁਸੀਂ ਦੱਸਦੇ ਹੋ, ਤਾਂ ਇੱਕ ਕੰਮ ਕਰੋ, ਜਿੱਥੇ ਤੁਸੀਂ ਆਪਣੇ ਬੰਦੇ ਨੂੰ ਦਫਨਾਇਆ ਸੀ ਉਹ ਕਬਰ ਨੂੰ ਪੁੱਟ ਕੇ ਵੇਖੋ ਤੁਹਾਡਾ ਬੰਦਾ ਉੱਥੇ ਹੈ। ਜੇ ਤੁਹਾਡਾ ਬੰਦਾ ਉਸ ਕਬਰ ਵਿੱਚੋਂ ਨਿਕਲ ਆਵੇ ਤਾਂ ਸਮਝ ਲੈਣਾ ਵੀ ਇਹ ਰਾਜਾ ਹਰੀ ਸੈਣ ਹੈ, ਇਹ ਤੁਹਾਡਾ ਬੰਦਾ ਨਹੀਂ। ਤੇ ਜੇ ਤੁਹਾਡਾ ਬੰਦਾ ਕਬਰ ਵਿੱਚ ਨਾ ਮਿਲਿਆ ਤੇ ਫਿਰ ਇਹੋ ਹੀ ਤੁਹਾਡਾ ਬੰਦਾ ਹੈ, ਇਹ ਰਾਜਾ ਨਹੀਂ। ਸੋ ਪਿੰਡ ਦੇ ਮੋਹਤਬਾਰਾਂ ਨੇ ਫੈਸਲਾ ਮੰਨਿਆ ਤੇ ਜਾ ਕੇ ਕਬਰ ਦੀ ਖੁਦਾਈ ਕੀਤੀ ਤੇ ਜਿਹੜੇ ਬੰਦੇ ਨੂੰ ਦਫਨਾ ਕੇ ਆਏ ਸਨ ਉਹ ਕਬਰ ਵਿੱਚ ਉੱਦਾਂ ਹੀ ਪਿਆ ਸੀ। ਇਸ ਤਰ੍ਹਾਂ ਰਾਜੇ ਹਰੀ ਸੈਣ ਦੀ ਖਲਾਸੀ ਹੋਈ ਤੇ ਜਦੋਂ ਵਾਪਸ ਗੁਰੂ ਸਾਹਿਬ ਮੁੜੇ ਤਾਂ ਅਗਲੇ ਦਿਨ ਦਰਬਾਰ ਸਜਿਆ ਹੈ। ਰਾਜਾ ਬੜਾ ਪਰੇਸ਼ਾਨ, ਚਿਹਰਾ ਮੁਰਝਾਇਆ ਹੋਇਆ ਹੈ, ਰੌਣਕ ਚਿਹਰੇ ਉੱਤੇ ਕੋਈ ਨਹੀਂ। ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਮਹਾਰਾਜ ਨੇ ਪੁੱਛ ਹੀ ਲਿਆ, ਰਾਜਨ ਗੱਲ ਕੀ ਹੈ? ਪਹਿਲਾਂ ਵਰਗਾ ਖੇੜਾ, ਪਹਿਲਾਂ ਵਰਗੀ ਰੌਣਕ ਤੇਰੇ ਚਿਹਰੇ ਉੱਤੇ ਨਹੀਂ ਹੈ, ਗੱਲ ਕੀ ਹੈ? ਪਰੇਸ਼ਾਨ ਕਿਉਂ ਹੈ? ਹੱਥ ਜੋੜੇ ਰਾਜੇ ਨੇ ਕਹਿਣ ਲੱਗਾ, ਮਹਾਰਾਜ, ਸਾਰਾ ਕੁਝ ਤੁਸੀਂ ਵਰਤਾਉਣ ਵਾਲੇ ਹੋ, ਤੁਸੀਂ ਜਾਨੀ ਜਾਣ ਹੋ, ਜਾਣਦੇ ਹੋ ਮੈਂ ਪਰੇਸ਼ਾਨ ਕਿਉਂ ਹਾਂ। ਸੰਗਤਾਂ ਦੀ ਗਿਆਤ ਵਾਸਤੇ ਮੈਂ ਦੱਸਣਾ ਚਾਹੁੰਦਾ ਹਾਂ ਜੋ ਕੱਲ੍ਹ ਵਾਪਰਿਆ ਹੈ। ਜਦੋਂ ਸ਼ਿਕਾਰ ਖੇਡਣ ਗਏ ਸਾਂ, ਉਹ ਪਿੰਡ ਵਾਲੇ ਲੋਕ, ਪਿੰਡ ਦੇ ਮੋਹਤਬਾਰ ਤੇ ਉਹ ਪਰਿਵਾਰ ਤੇ ਉਹ ਲੜਕੇ ਜਿਹੜੇ ਮੈਨੂੰ ਪਿਤਾ ਦੱਸਦੇ ਸਨ, ਮਹਾਰਾਜ ਮੈਂ ਉਹਨਾਂ ਸਾਰਿਆਂ ਨੂੰ ਜਾਣਦਾ ਹਾਂ। ਕੱਲ੍ਹ ਰਾਤ ਹੀ ਮਹਾਰਾਜ ਮੈਨੂੰ ਸੁਪਨਾ ਆਇਆ। ਉਹ ਸੁਪਨੇ ਦੇ ਵਿੱਚ ਮੇਰਾ ਜਿਹੜਾ ਜਨਮ ਸੀ ਉਸ ਪਿੰਡ ਦੇ ਵਿੱਚ ਹੋਇਆ, ਉਸ ਘਰ ਦੇ ਵਿੱਚ ਹੋਇਆ ਸੀ। ਅਤੇ ਜਦੋਂ ਮੈਂ ਜਵਾਨ ਹੋਇਆ, ਮੇਰਾ ਵਿਆਹ, ਉਹ ਜਿਹੜੀ ਕੱਲ੍ਹ ਇੱਕ ਔਰਤ ਮੈਨੂੰ ਆਪਣਾ ਪਤੀ ਦੱਸਦੀ ਸੀ, ਉਹ ਮੇਰੀ ਘਰਵਾਲੀ ਸੀ ਸੁਪਨੇ ਵਿੱਚ। ਉਹ ਲੜਕੇ ਮੇਰੇ ਸੁਪੁੱਤਰ ਸਨ ਅਤੇ ਉਹਨਾਂ ਦੇ ਵਿਆਹ ਮੈਂ ਹੱਥੀਂ ਕੀਤੇ ਸਨ। ਪਿੰਡ ਦੇ ਮੋਹਤਬਾਰਾਂ ਨੂੰ ਮੈਂ ਸਾਰਿਆਂ ਨੂੰ ਜਾਣਦਾ ਸਾਂ, ਪਰ ਮਹਾਰਾਜ ਤੁਸੀਂ ਮੈਨੂੰ ਛੁਡਾ ਲਿਆ ਹੈ, ਨਹੀਂ ਤਾਂ ਮੈਨੂੰ ਸ਼ਾਇਦ ਵਾਪਸ ਨਾ ਆਉਣ ਦਿੰਦੇ। ਇਹ ਗੱਲ ਕੀ ਹੈ ਮਹਾਰਾਜ? ਉਹ ਸੁਪਨਾ ਸੱਚ ਹੈ ਕਿ ਜਾਂ ਮੈਂ ਹੁਣ ਹਾਂ ਇਹ ਸੱਚ ਹੈ? ਮੈਨੂੰ ਸਮਝ ਨਹੀਂ ਆ ਰਹੀ, ਮੈਂ ਤਾਂ ਪਰੇਸ਼ਾਨ ਹਾਂ। ਇਹ ਗੱਲ ਕੀ ਹੈ? ਗੁਰੂ ਸਾਹਿਬ ਮੁਸਕਰਾਏ, ਕਹਿਣ ਲੱਗੇ, ਤੈਨੂੰ ਸ਼ੰਕਾ ਹੋ ਗਿਆ ਸੀ ਇਸ ਪੰਕਤੀ ਉੱਤੇ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਪ੍ਰਮਾਤਮਾ ਦੀ ਲਿਖੀ ਹੋਈ ਨੂੰ ਕੋਈ ਨਹੀਂ ਮੇਟ ਸਕਦਾ, ਤੇ ਫਿਰ ਗੁਰੂ ਦੀ ਲੋੜ ਕੀ ਹੈ? ਮਹਾਰਾਜ ਕਹਿਣ ਲੱਗੇ, ਹੇ ਰਾਜਨ, ਤੇਰਾ ਅਗਲਾ ਜਨਮ ਇਹਨਾਂ ਦੇ ਚੰਡਾਲ ਦੇ ਘਰਾਂ ਦੇ ਵਿੱਚ ਹੀ ਸੀ ਜਿੱਥੇ ਤੂੰ ਹੁਣ ਹੋ ਕੇ ਆਇਆ, ਜਿਨ੍ਹਾਂ ਲੋਕਾਂ ਨੂੰ ਤੂੰ ਹੁਣ ਵੇਖਿਆ ਹੈ। ਪਰ ਤੂੰ ਸਾਡੀ ਸ਼ਰਨ ਵਿੱਚ ਆਇਆ ਹੈ। ਗੁਰੂ ਦੀ ਸ਼ਰਨ ਵਿੱਚ ਆਇਆ ਹੋਇਆਂ ਦੀ ਗੁਰੂ ਲਾਜ ਰੱਖਦਾ ਹੈ।
ਗੁਰੂ 'ਤੇ ਭਰੋਸਾ ਕਰਨ ਵਾਲਿਆਂ ਦੀ, ਗੁਰੂ ਦੀ ਸੇਵਾ ਕਰਨ ਵਾਲਿਆਂ ਦੀ, ਗੁਰੂ ਨੂੰ ਫਿਕਰ ਹੁੰਦੀ ਹੈ ਆਪਣੇ ਸਿੱਖ ਦੀ। ਤੂੰ ਸਾਨੂੰ ਆਪਣਾ ਗੁਰੂ ਮੰਨਿਆ ਹੈ ਅਤੇ ਸਿੱਖ ਬਣਿਆ ਹੈ, ਇਸ ਕਰਕੇ ਸਾਨੂੰ ਤੇਰੇ 'ਤੇ ਤਰਸ ਆਇਆ ਹੈ। ਜਿਹੜਾ ਜਨਮ ਤੇਰਾ ਅਗਲਾ ਸੀ ਅਸੀਂ ਤੇਰਾ ਸੁਪਨੇ ਵਿੱਚ ਸਾਰਾ ਭੁਗਤਾ ਦਿੱਤਾ ਹੈ। ਮਰ ਕੇ ਤੂੰ ਇਹਨਾਂ ਚੰਡਾਲ ਦੇ ਘਰਾਂ ਵਿੱਚ ਹੀ ਪੈਦਾ ਹੋਣਾ ਸੀ। ਇਸ ਤਰ੍ਹਾਂ ਅਸੀਂ ਵਾਹਿਗੁਰੂ ਕਰਤਾਰ ਅਕਾਲ ਪੁਰਖ ਦੀ ਲਿਖੀ ਹੋਈ ਨੂੰ ਮੇਟਿਆ ਵੀ ਨਹੀਂ ਹੈ ਅਤੇ ਭੁਗਤਾ ਵੀ ਸੁਪਨੇ ਵਿੱਚ ਦਿੱਤੀ ਹੈ ਅਤੇ ਤੇਰੀ ਬੰਦ ਖਲਾਸੀ ਹੋ ਗਈ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜੇ ਕਰਮ ਹਨ ਇਹ ਮਿਟਦੇ ਨਹੀਂ, ਇਹਨਾਂ ਨੂੰ ਭੁਗਤਾਇਆ ਜਾ ਸਕਦਾ ਹੈ। ਗੁਰੂ ਸਾਹਿਬ ਦੇ ਅੰਦਰ ਇੰਨੀ ਸਮਰੱਥਾ ਹੈ ਕਿ ਮਹਾਰਾਜ ਸਾਰਾ ਕੁਝ ਕਰਨ ਕਰਾਉਣ ਦੇ ਸਮਰੱਥ ਹਨ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਗੁਰੂ ਸਾਹਿਬ ਨੇ ਆਖਿਆ ਹੈ ਵੀ ਕਰਮ ਜਿਹੜੇ ਹਨ ਇਹ ਕੀਤੇ ਹੋਏ ਜ਼ਰੂਰ ਮਿਲਦੇ ਹਨ, ਇਹਨਾਂ ਦਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ। ਸੋ ਆਓ ਅੱਗੇ ਵਿਚਾਰ ਕਰੀਏ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਮਹਾਰਾਜ ਕਹਿਣ ਲੱਗੇ ਜਿੰਨੇ ਰੋਗ ਹਨ ਦੁਨੀਆ ਭਰ ਦੇ, ਜਿੰਨੀਆਂ ਚਿੰਤਾਵਾਂ ਹਨ, ਝੋਰੇ ਹਨ, ਇਹ ਸਾਰੇ ਤਾਂ ਲੱਗਦੇ ਨੇ ਕਿਉਂਕਿ ਜਦੋਂ ਪਰਮੇਸ਼ਰ ਭੁੱਲ ਜਾਂਦਾ ਹੈ, ਪਰਮੇਸ਼ਰ ਦੇ ਭੁੱਲਣ ਦੇ ਨਾਲ ਹੀ ਸਾਰੀਆਂ ਚਿੰਤਾਵਾਂ ਦੇ ਰੋਗ, ਦੁੱਖ, ਕਲੇਸ਼ ਘਰਾਂ ਵਿੱਚ ਆ ਵੜਦੇ ਨੇ। ਕਿਸੇ ਦੇ ਲਾਇਆ ਕੋਈ ਲੱਗ ਨਹੀਂ ਸਕਦਾ। ਇਹ ਆਪਣੀ ਗਲਤੀ ਹੈ ਕਿ ਅਸੀਂ ਨਾਮ ਨੂੰ ਵਿਸਾਰਿਆ ਹੈ। ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਇਸ ਤਰ੍ਹਾਂ ਗੁਰੂ ਤੋਂ ਬੇਮੁਖ ਹੋਣ ਕਰਕੇ, ਪਰਮਾਤਮਾ ਤੋਂ ਬੇਮੁਖ ਹੋਣ ਕਰਕੇ ਜਨਮਾਂ ਜਨਮਾਂ ਦੇ ਜਿਹੜੇ ਵਿਜੋਗ ਵਿਛੋੜਾ ਹੈ ਇਹ ਮਿਲਦਾ ਹੈ, ਪੈਦਾ ਹੁੰਦਾ ਹੈ। ਕਈ ਜਨਮ, ਕਈ ਯੁੱਗ, ਕਈ ਸਦੀਆਂ ਤੱਕ ਘੁੰਮਣਾ ਪੈਂਦਾ ਹੈ ਜਨਮਾਂ ਜਮਾਂਤਰਾਂ ਦੇ ਗੇੜ ਦੇ ਵਿੱਚ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਰੋਜ਼ ਦੱਸਦੇ ਹਨ, ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰਥ ਹੈ ਕੋਈ, ਪੁਛੋ ਬਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਇਸ ਤਰ੍ਹਾਂ ਸਾਧ ਸੰਗ ਜਿਹੜਾ ਗੁਰੂ ਤੋਂ ਬੇਮੁਖ ਹੈ, ਗੁਰੂ ਤੋਂ ਵਿਛੜਿਆ ਹੋਇਆ ਹੈ, ਗੁਰੂ ਨੂੰ ਜਾਣਦਾ ਕੁਝ ਨਹੀਂ, ਕਈ ਜਨਮਾਂ ਦੇ ਵਿੱਚ ਘੁੰਮਦਾ ਹੈ, ਜੂਨਾਂ ਭੋਗਦਾ ਹੈ। ਕੀੜਿਆਂ ਮਕੌੜਿਆਂ ਤੋਂ ਲੈ ਕੇ ਸਾਰੀਆਂ ਜੂਨਾਂ ਹੀ ਭੁਗਤਣੀਆਂ ਪੈਂਦੀਆਂ ਹਨ। ਸੋ ਇਸ ਤਰ੍ਹਾਂ ਵਿਚਾਰ ਲੰਮੀ ਨਾ ਹੋਵੇ, ਦਾਸ ਇੱਕ ਇੱਕ ਅਰਥ ਕਰਕੇ ਆਪ ਜੀ ਦੇ ਸਨਮੁਖ ਬੇਨਤੀ ਕਰ ਰਿਹਾ ਹੈ। ਅਗਲੀ ਪੰਕਤੀ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਪਰਮਾਤਮਾ ਨੂੰ ਭੁੱਲਣ ਕਰਕੇ ਜਨਮਾਂ ਜਨਮਾਂ ਦੇ ਵਿਜੋਗ ਤਾਂ ਲੱਗਦੇ ਹੀ ਹਨ, ਪਰ ਹੁਣ ਦੇ ਸਮੇਂ ਦੇ ਵਿੱਚ ਵੀ ਜਿੰਨੇ ਪਦਾਰਥ ਇਕੱਠੇ ਕੀਤੇ ਨੇ, ਜੋ ਕੁਝ ਪਰਮਾਤਮਾ ਕੋਲੋਂ ਮੰਗਿਆ ਹੈ, ਜੇ ਪਰਮਾਤਮਾ ਦਾ ਨਾਮ ਨਹੀਂ, ਜੇ ਉਹਦਾ ਸ਼ੁਕਰਾਨਾ ਨਹੀਂ, ਤੇ ਫਿਰ ਮਿਲੀਆਂ ਹੋਈਆਂ ਦਾਤਾਂ ਦੁੱਖ ਦੇਣ ਲੱਗ ਜਾਂਦੀਆਂ ਨੇ। ਖਿੰਨ ਮਹਿ ਕੌੜੇ ਹੋਏ ਗਏ, ਇਹ ਕੌੜੇ ਹੋ ਜਾਂਦੇ ਨੇ, ਇਹ ਮਿੱਠੇ ਨਹੀਂ ਪ੍ਰਤੀਤ ਹੁੰਦੇ, ਇਹ ਦਾਤਾਂ ਹੀ ਦੁੱਖ ਦੇਣ ਲੱਗ ਜਾਂਦੀਆਂ ਹਨ। ਬੜੀਆਂ ਅਰਦਾਸਾਂ ਕਰਕੇ ਮਾਂ ਪਿਓ ਪੁੱਤਰ ਮੰਗਦੇ ਨੇ, ਪਰਮੇਸ਼ਰ ਯਾਦ ਨਾ ਰਿਹਾ, ਉਹ ਪੁੱਤਰ ਹੀ ਕਤਲ ਕਰ ਦਿੰਦੇ ਨੇ ਮਾਂ ਪਿਓ ਦਾ। ਭਿਆਨਕ ਕਲਯੁਗ ਦੀ ਇਹ ਬਿਧ ਹੈ, ਇਹ ਵਰਤਾਰਾ ਹੈ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਵਿੱਚ ਨਾ ਕੋਈ ਕਰ ਸਕੈ, ਇਹਦਾ ਮਤਲਬ ਇਹ ਹੈ ਵੀ ਕੋਈ ਵਿਚੋਲਗਿਰੀ ਨਹੀਂ ਕਰਦਾ ਗੁਰੂ ਤੋਂ ਬਿਨਾਂ। ਕੋਈ ਤੁਹਾਡੀ ਗਵਾਹੀ ਦੇਣ ਵਾਲਾ ਨਹੀਂ ਹੋਣਾ ਉੱਥੇ ਦਰਗਾਹ ਦੇ ਵਿੱਚ। ਕੋਈ ਤੁਹਾਡਾ ਵਿੱਚ ਉਹ ਨਹੀਂ ਹੋਵੇਗਾ ਜਿਹੜਾ ਤੁਹਾਡੇ ਦੁੱਖ ਆਪਣੇ ਉੱਤੇ ਲੈ ਲਵੇ, ਕਿਹਦੇ ਅੱਗੇ ਰੋਵੋਗੇ ਰੋਜ਼। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਕਰਤਾ ਪੁਰਖ ਦੀ ਸ਼ਰਨ ਵਿੱਚ ਆਓ, ਉਹਦੇ ਤੋਂ ਬਿਨਾਂ ਤੁਹਾਡਾ ਵਿਚੋਲਾ ਕਿਸੇ ਨੇ ਬਣਨਾ ਨਹੀਂ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਇਸ ਤਰ੍ਹਾਂ ਭਾਈ ਕੀਤਾ ਕਿਛੂ ਨਾ ਹੋਵਈ, ਆਪਣਾ ਕੀਤਾ ਕੁਝ ਵੀ ਨਹੀਂ ਹੋਣਾ। ਲੱਖਾਂ ਯਤਨ ਕਰ ਲਿਓ, ਲੱਖਾਂ ਫਾਂਡੇ ਕਰਾ ਲਿਓ, ਲੱਖਾਂ ਵੱਲ ਛਲ ਕਰ ਲਿਓ, ਲੱਖਾਂ ਦੇਵੀਆਂ ਦੇਵਤੇ ਮਨਾ ਲਿਓ, ਪਰ
ਲਿਖਿਆ ਧੁਰ ਸੰਜੋਗ। ਜੋ ਲਿਖਿਆ ਹੈ ਉਹ ਤੁਹਾਨੂੰ ਭੁਗਤਣਾ ਹੀ ਪਵੇਗਾ। ਜੋ ਧੁਰ ਦਰਗਾਹ ਤੋਂ ਤੁਹਾਡੇ ਮਸਤਕ ਉੱਤੇ ਲਿਖਿਆ ਹੈ, ਜੋ ਮਿਲਣਾ ਹੈ ਉਹਨੂੰ ਕੋਈ ਖੋ ਨਹੀਂ ਸਕਦਾ, ਅਤੇ ਜੋ ਨਹੀਂ ਮਿਲਦਾ ਉਹਨੂੰ ਤੁਹਾਨੂੰ ਕੋਈ ਯਤਨ ਕਰਕੇ ਦਬਾ ਨਹੀਂ ਸਕਦਾ ਬਿਨਾਂ ਪੂਰੇ ਗੁਰੂ ਤੋਂ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਵੱਡਿਆਂ ਭਾਗਾਂ ਦੇ ਨਾਲ ਮੇਰਾ ਪ੍ਰਭੂ ਮਿਲੇ। ਮੇਰਾ ਪ੍ਰਭੂ ਜਿੱਦਣ ਮਿਲਦਾ ਹੈ, ਜਿੱਦਣ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਗੁਰ ਪਰਮੇਸ਼ਰ ਮਿਲਦਾ ਹੈ, ਤਾਂ ਉਤਰਹਿ ਸਭ ਵਿਯੋਗ। ਸਾਰੀਆਂ ਚਿੰਤਾਵਾਂ, ਸਾਰੇ ਵਿਛੋੜੇ ਖਤਮ ਹੋ ਜਾਂਦੇ ਨੇ। ਉਦਣ ਦੂਰੀਆਂ ਖਤਮ ਹੋ ਜਾਂਦੀਆਂ ਨੇ ਜਿੱਦਣ ਗੁਰੂ ਪਰਮਾਤਮਾ ਰੂਪੀ ਮਿਲ ਜਾਂਦਾ ਹੈ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਨਾਨਕ ਕਉ, ਇਸ ਤਰ੍ਹਾਂ ਗੁਰੂ ਸਾਹਿਬ ਜੀ ਬੇਨਤੀ ਰੂਪੀ ਸਾਨੂੰ ਦੱਸ ਰਹੇ ਨੇ। ਪਰਮਾਤਮਾ ਅੱਗੇ ਬੇਨਤੀ ਕਰੋ, ਮਹਾਰਾਜ ਮੈਨੂੰ ਰੱਖ ਲਓ, ਮੇਰੇ ਸਾਹਿਬ, ਮੇਰੇ ਵੱਡੇ ਸਾਹਿਬ ਬੰਦੀ ਮੋਚ। ਬੰਦੀ ਮੋਚ ਦਾ ਮਤਲਬ ਹੈ ਬੰਦੀ ਛੋੜ, ਬੰਧਨਾਂ ਨੂੰ ਮੁਕਤ ਕਰਾਉਣ ਵਾਲਾ, ਬੰਧਨਾਂ ਨੂੰ ਤੋੜਨ ਵਾਲੇ ਵਾਹਿਗੁਰੂ ਮੇਰੇ 'ਤੇ ਵੀ ਕਿਰਪਾ ਕਰੋ। ਇਹ ਅਰਦਾਸ ਹੀ ਕੰਮ ਆਉਂਦੀ ਸਾਰਾ ਕੁਝ ਕਰਕੇ। ਜਿੰਨਾ ਮਰਜ਼ੀ ਪਾਠ ਕਰ ਲਓ, ਸਿਮਰਨ ਕਰ ਲਓ, ਅਰਦਾਸ ਨਹੀਂ ਕਰਦੇ ਤੇ ਫਿਰ ਗੱਲ ਨਹੀਂ ਬਣਨੀ। ਇਸ ਕਰਕੇ ਅਰਦਾਸ ਕਰਦੇ ਹੀ ਰਹਿਣਾ ਹੈ। ਕਤਿਕ ਹੋਵੈ ਸਾਧ ਸੰਗ, ਬਿਨ ਸਹੈ ਸਭੇ ਸੋਚ। ਇਸ ਤਰ੍ਹਾਂ ਮਹਾਰਾਜ ਜੀ ਕੱਤਕ ਦੇ ਮਹੀਨੇ ਦੇ ਰਾਹੀਂ ਉਪਦੇਸ਼ ਕਰਦੇ ਨੇ, ਭਾਈ ਜੇ ਕੱਤਕ ਦੇ ਮਹੀਨੇ ਦੇ ਵਿੱਚ, ਇਸ ਮਨੁੱਖਾ ਜੀਵਨ ਦੇ ਵਿੱਚ, ਇਸ ਮਨੁੱਖੀ ਸਰੀਰ ਦੇ ਵਿੱਚ ਹੋਵੈ ਸਾਧ ਸੰਗ, ਜੇ ਪੂਰੇ ਗੁਰੂ ਦੀ ਸੰਗ ਹੋਵੇ, ਪੂਰੇ ਗੁਰੂ ਦੀ ਸੰਗਤ ਹੋਵੇ, ਜੇ ਪੂਰੇ ਗੁਰੂ ਦੀ ਸੰਗਤ ਮਾਣੀਏ, ਸਤ ਸੰਗਤ ਦੇ ਵਿੱਚ ਜਾਈਏ, ਗੁਰਸਿੱਖਾਂ ਦੀ ਸੰਗਤ ਕਰੀਏ, ਕਿਸੇ ਪੂਰਨ ਮਹਾਤਮਾ ਦੀ ਸੰਗਤ ਕਰੀਏ, ਤਾਂ ਕੀ ਹੁੰਦਾ ਮਹਾਰਾਜ? ਬਿਨ ਸਹੈ ਸਭੇ ਸੋਚ। ਸੋਚ ਭਾਵ ਚਿੰਤਾ, ਝੋਰੇ, ਕਲੇਸ਼, ਇਹ ਸਾਰੇ ਹੀ ਖਤਮ ਹੋ ਜਾਣਗੇ। ਇਹ ਜੁਗਤੀ ਦੱਸੀ ਹੈ ਮਹਾਰਾਜ ਨੇ। ਜੇ ਬਹੁਤਾ ਸਿਮਰਨ ਨਹੀਂ ਹੋ ਸਕਦਾ, ਬਹੁਤੀ ਬਾਣੀ ਨਹੀਂ ਪੜ੍ਹ ਸਕਦੇ, ਬਹੁਤੇ ਦਾਨ ਪੁੰਨ ਨਹੀਂ ਕਰ ਸਕਦੇ, ਤਾਂ ਫਿਰ ਇੱਕ ਕੰਮ ਕਰ ਲਓ, ਸਾਧ ਸੰਗਤ ਵਿੱਚ ਚਲੇ ਜਾਓ। ਉੱਥੇ ਜਾ ਕੇ ਨਾਮ ਸੁਣੋ, ਬਾਣੀ ਸੁਣੋ, ਸਿਮਰੋ। ਪੜ੍ਹਿਆ ਹੋਇਆ ਇੱਕ ਜਪਜੀ ਸਾਹਿਬ ਦਾ ਪਾਠ 1000 ਗੁਣਾ ਜ਼ਿਆਦਾ ਫਲ ਦਿੰਦਾ ਹੈ ਜਦੋਂ ਸਾਧ ਸੰਗਤ ਵਿੱਚ ਜਾਂਦੇ ਹਾਂ। ਜਪਿਆ ਹੋਇਆ ਨਾਮ ਕਈ ਲੱਖਾਂ ਕਰੋੜਾਂ ਪਾਪ ਨਾਸ ਕਰ ਦਿੰਦਾ ਹੈ ਜਦੋਂ ਸੰਗਤ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਸਾਧ ਸੰਗਤ ਜੀ ਕੱਤਕ ਦੇ ਮਹੀਨੇ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੋਈਆਂ ਬੇਅੰਤ ਭੁੱਲਾਂ ਦੀ ਗੁਰੂ ਸਾਹਿਬ ਖਿਮਾ ਬਖਸ਼ਣ, ਅਗਾਂਹ ਵਾਸਤੇ ਸਮੱਤ ਬਖਸ਼ਣ। ਆਓ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸਹੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।